आप लिहो तुम कथा सुधारी। सतनाम श्री वाहिगुरु साहिब जी। बिस्मत होए हटे तब चारों, ਕਹਿਓ ਪ੍ਰਸੰਗ ਪਿਖਿਓ ਜਿਮ ਸਾਰੋ। ਗੁਰ ਕੀ ਗਤ ਗੁਰ ਹੀ ਇਕ ਜਾਣੈ, ਇਮ ਕਹਿ ਸਭ ਹੀ ਬੰਧਨ ਠਾਨੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਗੋਦ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ। ਸੰਧਿਆ ਸਮੇਂ ਸੁਨੇ ਰਹਿਰਾਸ, ਕੀਰਤਨ ਕਥਾ ਸੁਨੇ ਹਰ ਜਾਸ। ਇਨਮੈ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਸਾਹਿਬ ਕਲਗੀਧਰ ਪਾਤਸ਼ਾਹ ਫਰਮਾਨ ਕੀਤਾ ਰਹਿਤਨਾਮਿਆਂ ਵਿੱਚ ਖਾਲਸੇ ਨੂੰ ਕਿ ਸੰਧਿਆ ਦੇ ਸਮੇਂ ਰਹਿਰਾਸ ਸਾਹਿਬ ਦਾ ਪਾਠ, ਗੁਰਬਾਣੀ ਦਾ ਕੀਰਤਨ ਤੇ ਗੁਰ ਇਤਿਹਾਸ ਦੀ ਕਥਾ ਜੋ ਸੁਣਦਾ ਹੈ, ਅੰਮ੍ਰਿਤ ਵੇਲੇ ਜੋ ਗੁਰਬਾਣੀ ਦਾ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਤੇ ਗੁਰਬਾਣੀ ਦੀ ਕਥਾ ਸੁਣਦਾ ਹੈ, ਨੇਮ ਨਾਲ ਜੋ ਬਾਣੀ ਨਾਲ ਜੁੜਦਾ ਹੈ, ਅਮਰਾਪੁਰੀ ਸੱਚਖੰਡ ਦਾ ਵਾਸੀ ਬਣ ਜਾਂਦਾ। ਸੋ ਆਪ ਜੀ ਗੁਰੂ ਸਾਹਿਬਾਂ ਦੀ ਗੋਦ ਵਿੱਚ ਬੈਠ ਕੇ ਪਰਮ ਪੂਜਨੀਕ ਮਾਤਾ ਜੀ, ਮਾਤਾ ਗੰਗਾ ਜੀ ਦੇ ਸੱਚਖੰਡ ਗਮਨ ਦਾ ਇਤਿਹਾਸ ਸੁਣ ਰਹੇ ਹੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਪੰਜਵੇਂ ਸਤਿਗੁਰਾਂ ਦੇ ਮਹਿਲ ਔਰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ, ਧੰਨ ਮਾਤਾ ਗੰਗਾ ਜੀ, ਧੰਨ ਜਨਨੀ ਜਨ ਜਾਇਆ, ਧੰਨ ਪਿਤਾ ਪ੍ਰਧਾਨ। ਉਹ ਮਾਂ ਧੰਨ ਹੈ, ਉਹ ਪਿਤਾ ਧੰਨ ਹੈ, ਜਿਨ੍ਹਾਂ ਦੀ ਕੁੱਖ ਤੋਂ ਐਡੇ ਵੱਡੇ ਮਹਾਂਪੁਰਸ਼ ਸੂਰਬੀਰ ਯੋਧੇ ਮੀਰੀ ਪੀਰੀ ਦੇ ਮਾਲਕ ਨੇ ਅਵਤਾਰ ਧਾਰਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਬੇ ਬਕਾਲੇ ਸਾਹਿਬ ਭਾਈ ਮੇਹਰੇ ਦੀ ਬੇਨਤੀ ਮੰਨ ਕੇ ਮਾਤਾ ਜੀ ਨੂੰ ਨਾਲ ਲੈ ਕੇ ਪਹੁੰਚੇ ਸਨ। ਇੱਥੇ ਹੀ ਮਾਤਾ ਜੀ ਦਾ ਸਮਾਂ ਸਮਾਪਤ ਹੋ ਗਿਆ ਤੇ ਮਾਤਾ ਜੀ ਸੱਚਖੰਡ ਗਮਨ ਕਰ ਗਏ। ਮਾਤਾ ਜੀ ਦੇ ਸਰੀਰ ਦਾ ਜਲ ਪ੍ਰਵਾਹ ਬਿਆਸਾ ਨਦੀ ਵਿੱਚ ਗੁਰੂ ਕੇ ਸਿੱਖਾਂ ਨੇ ਕੀਤਾ ਹੈ ਔਰ ਅੱਜ ਕੱਲ੍ਹ ਉੱਥੇ ਮਾਤਾ ਜੀ ਦੀ ਯਾਦ ਵਿੱਚ ਅੰਗੀਠਾ ਸਾਹਿਬ ਗੁਰਦੁਆਰਾ ਸਾਹਿਬ ਜੋ ਮਾਤਾ ਗੰਗਾ ਜੀ ਦਾ ਸੁਭਾਏਮਾਨ ਹੈ, ਬਾਬੇ ਬਕਾਲੇ ਸਾਹਿਬ, ਸੰਗਤਾਂ ਦਰਸ਼ਨ ਕਰਦੀਆਂ। ਜਦੋਂ ਆਪਾਂ ਬਿਆਸ ਤੋਂ ਥੋੜ੍ਹਾ ਜਿਹਾ ਅੱਗੇ ਜਾਈਏ ਤੇ ਬਾਬੇ ਬਕਾਲੇ ਸਾਹਿਬ ਵੱਲ ਜਿਹੜੀ ਸੜਕ ਜਾਂਦੀ ਹੈ, ਉਹ ਅੱਗੇ ਮਹਿਤੇ ਚੌਂਕ ਵੱਲ ਜਾਂਦੀ ਹੈ। ਬਾਬਾ ਬਕਾਲਾ ਸਾਹਿਬ 9ਵੀਂ ਪਾਤਸ਼ਾਹੀ ਤੇ 6ਵੀਂ ਪਾਤਸ਼ਾਹੀ ਦੇ ਗੁਰਦੁਆਰੇ ਤੋਂ ਵੀ ਲਗਭਗ ਅੱਧਾ ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਵਾਕਿਆ ਹੈ। ਮਾਤਾ ਗੰਗਾ ਜੀ ਦਾ ਸਥਾਨ ਬਣਿਆ ਹੋਇਆ, ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਅਖੰਡ ਲੰਗਰ ਲਗਾਤਾਰ ਦਿਨ ਰਾਤ ਉੱਥੇ ਕੋਈ ਆ ਜਾਏ ਗੁਰੂ ਕਾ ਲੰਗਰ ਵਰਤਦਾ ਹੈ। ਕਿਉਂਕਿ ਮਾਤਾ ਗੰਗਾ ਜੀ ਦਾ ਇਹ ਪਹਿਰਾ ਸੀ ਕਿ ਹਰ ਵੇਲੇ ਲੰਗਰ ਵਰਤਾਉਂਦੇ ਸਨ। ਸਾਰਾ ਦਿਨ ਮਾਤਾ ਗੰਗਾ ਜੀ ਲੰਗਰ ਵਿੱਚ ਖੜੇ ਰਹਿਣਾ। ਕਦੀ ਦਾਲਾਂ ਬਣਾ ਰਹੇ ਨੇ, ਕਦੀ ਸਬਜ਼ੀਆਂ ਬਣਾ ਰਹੇ ਨੇ, ਕਦੀ ਖੀਰ ਬਣਾ ਰਹੇ ਨੇ, ਕਦੀ ਪ੍ਰਸ਼ਾਦੇ ਬਣਾ ਰਹੇ, ਕਦੀ ਸੰਗਤਾਂ ਨੂੰ ਛਕਾ ਰਹੇ ਨੇ। ਸੇਵਾ ਤੇ ਸਿਮਰਨ ਦੀ ਮੂਰਤ ਸਨ ਮਾਤਾ ਜੀ। ਉਹਨਾਂ ਦਾ ਅੰਤਮ ਸਮਾਂ ਹੋ ਗਿਆ ਸ੍ਰੀ ਬਾਬੇ ਬਕਾਲੇ ਸਾਹਿਬ ਦੀ ਧਰਤੀ ਤੇ। ਛੇਵੇਂ ਪਾਤਸ਼ਾਹ ਮਹਾਰਾਜ ਵਾਪਸ ਅੰਮ੍ਰਿਤਸਰ ਜਾ ਰਹੇ ਨੇ। ਉਹ ਕਥਾ ਸੁਣੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਸਮਤ ਹੋਏ ਹਟੇ ਤਬ ਚਾਰੋਂ। ਮਾਤਾ ਜੀ ਦਾ ਬਿਬਾਨ ਲੈ ਕੇ ਚਾਰ ਗੁਰਸਿੱਖ ਬਿਆਸਾ ਨਦੀ 'ਚ ਬੜੇ ਹਨ ਤੇ ਮਾਤਾ ਜੀ ਦਾ ਬਿਬਾਨ ਜਲ ਪ੍ਰਵਾਹ ਕੀਤਾ। ਕੀ ਦੇਖਦੇ ਹਨ ਕਿ ਜਲ ਵਿੱਚ ਜਿਉਂ ਹੀ ਮਾਤਾ ਜੀ ਦਾ ਸਰੀਰ ਛੱਡਿਆ, ਆਲੋਪ ਹੋ ਗਿਆ। ਪੰਜੇ ਤੱਤ ਜਿਹੜੇ ਨੇ ਉਹ ਆਪਣੇ ਆਪ ਵਿੱਚ ਮਿਲ ਗਏ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ।
माटी माटी होई एक, रोवन हारे की कवन टेक। कौन मुआ रे कौन मुआ, ब्रह्म ज्ञानी मिल करो विचारा। ਇਹ ਤਾਂ ਚਲਤ ਪਿਆ। ਮਾਤਾ ਜੀ ਇਹ ਕੌਤਕ ਕਰ ਗਏ ਹਨ। ਗੁਰੂ ਅਰਜਨ ਦੇਵ ਸਾਹਿਬ ਜੀ ਵੀ ਰਾਵੀ ਦਰਿਆ ਦੇ ਵਿੱਚ ਇਸੇ ਤਰ੍ਹਾਂ ਹੀ ਆਪਣੀ ਲੀਲਾ ਕੀਤੀ ਸੀ, ਸ਼ਹੀਦੀ ਪ੍ਰਾਪਤ ਕੀਤੀ ਸੀ। ਜਦੋਂ ਮਾਤਾ ਜੀ ਬਿਆਸ ਦਰਿਆ ਦੇ ਵਿੱਚ ਆਪਣੀ ਇਹ ਲੀਲਾ ਕਰ ਗਏ ਹਨ। ਕਹਿਓ ਪ੍ਰਸੰਗ ਪਿਖਿਓ ਜਿਮ ਸਾਰੋ। ਉਹ 4 ਸਿੱਖ ਜਿਹੜੇ ਮਾਤਾ ਜੀ ਦਾ ਵਿਵਾਨ ਲੈ ਕੇ ਨਦੀ 'ਚ ਉਤਰੇ ਸਨ, ਜਲ ਪ੍ਰਵਾਹ ਕਰਨ ਤੋਂ ਬਾਅਦ ਜਦੋਂ ਵਾਪਸ ਆਏ, ਸਾਰਾ ਅੰਦਰਲਾ ਪ੍ਰਸੰਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਤੇ ਸੰਗਤਾਂ ਨੂੰ ਸੁਣਾਇਆ ਹੈ। ਗੁਰ ਕੀ ਗਤ ਗੁਰ ਹੀ ਇੱਕ ਜਾਣੈ। ਕਹਿੰਦੇ ਗੁਰੂ ਦੀ ਗਤ ਗੁਰੂ ਹੀ ਜਾਣ ਸਕਦਾ। ਸਿੱਖ ਜਿੰਨਾ ਮਰਜ਼ੀ ਸਿਆਣਾ ਬਣ ਜਾਏ, ਗੁਰੂ ਦੀ ਗੱਲ ਨਹੀਂ ਸਮਝ ਸਕਦਾ। ਮਹਾਰਾਜ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਬਚਨ ਕਰਦੇ ਨੇ, ਪ੍ਰਭ ਕੀ ਗਤ ਨਹਿ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ। ਬੜੇ ਬੜੇ ਜੋਗੀ ਜਤੀ ਤਪੀ ਸਿਆਣੇ ਬੰਦੇ ਹਾਰ ਗਏ। ਮਹਾਰਾਜ ਪਰਮੇਸ਼ਰ ਦੀ ਖੇਡ ਦੀ ਸਮਝ ਨਹੀਂ ਆਈ। ਕਿਸ ਤਰ੍ਹਾਂ ਮਾਤਾ ਜੀ ਜਲ ਵਿੱਚ ਅਲੋਪ ਹੋ ਗਏ ਹਨ। ਇਮ ਕਹਿ ਸਭ ਹੀ ਬੰਧਨ ਠਾਨੈ। ਸਾਰੀਆਂ ਸੰਗਤਾਂ ਨੇ ਬੜੇ ਬੈਰਾਗ ਵਿੱਚ ਆ ਕੇ ਨਮਸਕਾਰ ਕੀਤੀ, ਕੀਰਤਨ ਸੋਹਲੇ ਦਾ ਪਾਠ ਕੀਤਾ ਤੇ ਚਾਲੇ ਪਾ ਦਿੱਤੇ। ਜਥਾ ਜੋਗ ਕਰ ਕੈ ਹਟ ਆਏ। ਜੋ ਮਰਜ਼ਾਦਾ ਹੈ ਗੁਰੂ ਘਰ ਦੀ, ਕਿਸੇ ਪ੍ਰਾਣੀ ਦਾ ਸੰਸਕਾਰ ਹੋਵੇ ਜਾਂ ਜਲ ਪ੍ਰਵਾਹ ਹੋਵੇ, ਕੀਰਤਨ ਸੋਹਲੇ ਦੀ ਬਾਣੀ ਦਾ ਪਾਠ ਕਰਨਾ ਵਿਧਾਨ ਹੈ। ਫਿਰ ਅਰਦਾਸ ਹੁੰਦੀ ਹੈ। ਅਰਦਾਸ ਤੋਂ ਬਾਅਦ ਸਾਰੇ ਹਟ ਕੇ ਨਗਰ ਵਿੱਚ ਆ ਗਏ ਨੇ, ਜਿੱਥੇ ਅੱਜ ਕੱਲ੍ਹ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ। ਬਾਬੇ ਬਕਾਲੇ ਸਾਹਿਬ ਵਿੱਚ ਬਹੁਤ ਸਾਰੇ ਇਤਿਹਾਸੀ ਸਥਾਨ ਹਨ। 9ਵੀਂ ਪਾਤਸ਼ਾਹੀ ਦੇ ਭੌਰਾ ਸਾਹਿਬ ਦੇ ਨਾਲ ਹੀ ਦੂਸਰੇ ਪਾਸੇ ਗੁਰਦੁਆਰਾ ਪਾਤਸ਼ਾਹੀ। 6ਵੀਂ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਭਾਈ ਮੇਰੇ ਦੇ ਘਰ ਠਹਿਰੇ ਸਨ, ਉਸ ਸਥਾਨ ਤੇ ਪਹੁੰਚੇ ਹਨ। ਬੀਚ ਬਕਾਲੇ ਨਰ ਸਮੁਦਾਏ। ਬਕਾਲੇ ਦੇ ਵਿੱਚ ਹਜ਼ਾਰਾਂ ਸੰਗਤਾਂ ਇਕੱਠੀਆਂ ਹੋ ਗਈਆਂ, ਆਲੇ ਦੁਆਲੇ ਪਿੰਡਾਂ ਤੋਂ, ਨੇੜੇ ਤੇੜੇ ਜਿੱਥੇ ਜਿੱਥੇ ਖਬਰ ਪਹੁੰਚੀ ਨਾ, ਲਾਗੇ ਪਿੰਡ ਬੜੇ ਹਨ। ਬਾਬੇ ਬਕਾਲੇ ਸਾਹਿਬ ਦੇ ਇਲਾਕੇ ਸਿੱਖੀ ਬਹੁਤ ਹੈ। ਉਹ ਸਾਰੇ ਪਿੰਡਾਂ ਚੋਂ ਗੁਰਸਿੱਖ ਪਿਆਰੇ, ਮਾਈਆਂ ਬੀਬੀਆਂ ਸਭ ਆ ਗਏ। ਬਹੁਤ ਇਕੱਠ ਹੋ ਗਿਆ। ਏਕ ਨਿਸਾ ਬਸ ਕੈ ਤਿਸ ਥਾਨਾ। ਉਹ ਰਾਤ ਜਿਹੜੇ ਦਿਨ ਮਾਤਾ ਜੀ ਦਾ ਜਲ ਪ੍ਰਵਾਹ ਕੀਤਾ ਸੀ, ਉਸ ਰਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਬਾਬੇ ਬਕਾਲੇ ਸਾਹਿਬ ਠਹਿਰੇ ਹਨ। ਭਈ ਪ੍ਰਾਤ ਗੁਰ ਚਾਹਿਓ ਪਿਆਨਾ। ਅਗਲੇ ਦਿਨ ਸਵੇਰੇ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਦੀ ਤਿਆਰੀ ਕਰ ਲਈ। ਉੱਥੇ ਚੱਲੀਏ, ਉੱਥੇ ਚੱਲ ਕੇ ਮਾਤਾ ਜੀ ਦੇ ਨਿਮਿਤ ਜਿਹੜਾ ਸਾਰਾ ਸਮਾਗਮ ਹੈ, ਪੂਜਾ ਪਾਠ ਹੈ, ਉੱਥੇ ਕਰਾਵਾਂਗੇ। ਮਿਹਰੇ ਸੰਗ ਕਹਿਓ ਤੁਵ ਚਾਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮੇਰਾ ਜੀ ਨੂੰ, ਪੂਰਨ ਭਈ ਲਖੋ ਉਰ ਮਾਹੀ। ਮਹਾਰਾਜ ਕਹਿੰਦੇ ਭਾਈ ਮੇਰਾ ਜੀ, ਤੁਹਾਡੀ ਸ਼ਰਧਾ ਸੀ ਵੀ ਗੁਰੂ ਸਾਹਿਬ ਮੇਰੇ ਘਰ ਆਉਣ, ਨਵੇਂ ਮਕਾਨਾਂ ਵਿੱਚ ਚਰਨ ਪਾਉਣ, ਤੇਰੀ ਭਾਵਨਾ ਪੂਰੀ ਹੋ ਗਈ। ਮਾਤਾ ਜੀ ਵੀ ਆ ਗਏ, ਅਸੀਂ ਵੀ ਆ ਗਏ। ਹੁਣ ਤੁਹਾਡੀ ਇੱਛਾ ਪੂਰੀ ਹੋ ਗਈ ਹੈ ਤੇ ਸਾਨੂੰ ਆਗਿਆ ਦਿਓ, ਅਸੀਂ ਵਾਪਸ ਸ੍ਰੀ ਅੰਮ੍ਰਿਤਸਰ ਜਾਈਏ। ਜਾਏ ਸੁਦਾਸਰ ਸਗਰੀ ਰੀਤ। ਕਿਉਂਕਿ ਮਾਤਾ ਜੀ ਦਾ ਹੁਣ ਨਿਮਿਤ ਸਹਿਜ ਪਾਠ ਵੀ ਕਰਾਉਣਾ ਹੈ ਤੇ ਲੰਗਰ ਵੀ। ਇਹ ਸਾਰਾ ਪ੍ਰੋਗਰਾਮ ਅੰਮ੍ਰਿਤਸਰ ਦੀ ਧਰਤੀ ਤੇ ਸ਼ੋਭਾ ਦਿੰਦਾ। ਉੱਥੇ ਗੁਰੂ ਕਾ ਸਥਾਨ ਹੈ, ਕੇਂਦਰੀ ਸਥਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਉੱਥੇ ਹੀ ਬਿਰਾਜਦੇ ਹਨ। ਇਸ ਕਰਕੇ ਅਸੀਂ ਅੰਮ੍ਰਿਤਸਰ ਜਾ ਕੇ ਪਾਠ ਕਰਾਵਾਂਗੇ। ਕਰਿਓ ਚਹਿਤ ਚਿਤ ਮਹਿ ਧਰ ਪ੍ਰੀਤ। ਬੜੇ ਪ੍ਰੇਮ ਨਾਲ ਉੱਥੇ ਜਾ ਕੇ ਸਾਰੀਆਂ ਸੰਗਤਾਂ ਮਾਤਾ ਜੀ ਦੇ ਨਿਮਿਤ ਦੁਸ਼ਹਿਰੇ ਦਾ ਸਮਾਗਮ ਕਰਨਗੀਆਂ। ਮਿਹਰੇ ਕਹਿਓ ਇਹ ਪ੍ਰਭ ਕੀਜੈ। ਭਾਈ ਮੇਰਾ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਇੱਥੇ ਹੀ ਮਾਤਾ ਜੀ ਦਾ ਦੁਸ਼ਹਿਰਾ ਕਰ ਲਓ, ਇੱਥੇ ਹੀ ਸੰਗਤਾਂ ਸੱਦ ਲਓ, ਇੱਥੇ ਹੀ ਲੰਗਰ ਦੀ ਤੇ ਹੋਰ ਜਿਹੜੀ ਸੇਵਾ ਦਾਸ ਨੂੰ ਲਾਓਗੇ ਮਹਾਰਾਜ ਅਸੀਂ ਹਾਜ਼ਰ ਹਾਂ। ਹਾਂਜੀ, ਬਾਂਛਤ ਹੋਏ ਮੰਗਾਏ ਸੋ ਲੀਜੈ। ਜੋ ਚੀਜ਼ ਚਾਹੀਦੀ ਹੈ ਮਹਾਰਾਜ ਨੇੜੇ ਸ਼ਹਿਰਾਂ ਤੋਂ ਮੰਡੀਆਂ ਤੋਂ ਮੰਗਾ ਲਵਾਂਗੇ, ਰਸਤਾਂ ਬਸਤਾਂ
ਤੇ ਆਪਾਂ ਲੰਗਰ ਇੱਥੇ ਹੀ ਕਰਾਂਗੇ ਮਾਤਾ ਜੀ ਦਾ। ਮਾਤਾ ਹੇਤ ਜਗ ਕਰਵਾਵਹੋ। ਮਾਤਾ ਜੀ ਦੇ ਵਾਸਤੇ ਵੱਡਾ ਯੱਗ ਕਰਾਵਾਂਗੇ, ਲੰਗਰ ਲਾਵਾਂਗੇ। ਗਰੀਬ ਗੁਰਬੇ ਨੂੰ ਸਭ ਨੂੰ ਇੱਥੋਂ ਮਹਾਰਾਜ ਦਾ ਪ੍ਰਸ਼ਾਦਾ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲੰਗਰਾਂ ਚੋਂ ਮਿਲੇਗਾ। ਤਿਲਕ ਸਬਨ ਤੇ ਇਹ ਠਾਂ ਪਾਵਹੋ। ਇੱਥੇ ਹੀ ਆਪ ਜੀ ਨੂੰ ਦਸਤਾਰਬੰਦੀ, ਮਾਤਾ ਪਿਤਾ ਚੜ੍ਹਾਈ ਕਰ ਜਾਣ ਤੇ ਦਸਤਾਰਬੰਦੀ ਹੁੰਦੀ ਹੈ, ਤਿਲਕ ਹੁੰਦਾ ਹੈ। ਇੱਥੇ ਹੀ ਮਹਾਰਾਜ ਆਪ ਜੀ ਨੂੰ ਦਸਤਾਰਬੰਦੀ ਦੀ ਰਸਮ ਜਿਹੜੀ ਹੈ, ਪਗੜੀ ਦੀ, ਜਿਵੇਂ ਆਮ ਬੋਲੀ ਕੱਚੀ ਬੋਲੀ ਵਾਲੇ ਕਹਿ ਦਿੰਦੇ ਪਗੜੀ ਦੀ ਰਸਮ, ਖਾਲਸੇ ਦੀ ਮਰਜ਼ਾਦਾ ਦਸਤਾਰਬੰਦੀ ਦੀ। ਮਹਾਰਾਜ ਇੱਥੇ ਦਸਤਾਰਬੰਦੀ ਹੋਵੇਗੀ, ਆਪ ਜੀ ਦੇ ਮੱਥੇ ਤੇ ਤਿਲਕ ਲੱਗੇਗਾ। ਗੁਰੂ ਕਹਿਓ ਚਿਤ ਚਾਹਤ ਜੋਏ। ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਮੇਰਾ ਜੀ, ਜੋ ਤੁਹਾਡੇ ਮਨ ਦੀ ਇੱਛਾ ਹੈ ਸੋ ਭੀ ਬਾਤ ਤੋਹੇ ਢਿਗ ਹੋਏ। ਉਹ ਵੀ ਇੱਥੇ ਪੂਰੀ ਹੋਣੀ ਹੈ, ਉਹ ਵੀ ਤੁਹਾਡੇ ਕੋਲ ਹੋਵੇਗੀ, ਇੱਥੇ ਹੀ ਹੋਵੇਗੀ। ਹਮ ਤੇ ਤ੍ਰਿਤੀ ਥਾਨ ਗੁਰ ਬੈਸੈ। ਕਹਿਣ ਲੱਗੇ ਸਾਡੇ ਤੋਂ 3 ਥਾਵਾਂ ਬਾਅਦ ਅਸੀਂ 6ਵੇਂ ਜਾਮੇ ਜਾਂ 3 ਥਾਵਾਂ ਹੋਰ ਅੱਗੇ ਚੱਲ ਗਏ, ਯਾਨੀ 9ਵੇਂ ਜਾਮੇ 'ਚ ਜਿਹੜੇ ਗੁਰੂ ਬੈਠਣਗੇ ਤਿਲਕ ਬਕਾਲੇ ਮਹੱਲੇ ਐਸੇ। ਉਹਨਾਂ ਨੂੰ ਇਸੇ ਬਾਬੇ ਬਕਾਲੇ ਵਿੱਚ ਤਿਲਕ ਮਿਲੇਗਾ ਗੁਰਿਆਈ ਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਜਪ ਤਪ ਕਰਦੇ ਰਹੇ ਤੇ ਭਾਈ ਮੱਖਣ ਸ਼ਾਹ ਲਵਾਣੇ ਨੇ ਮਹਾਰਾਜ ਨੂੰ ਇੱਥੇ ਪ੍ਰਗਟ ਕੀਤਾ। ਗੁਰੂ ਲਾਧੋ ਰੇ ਤੇ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ 9ਵੇਂ ਸਤਿਗੁਰਾਂ ਨੂੰ ਇਸੇ ਸਥਾਨ ਤੇ ਬਾਬੇ ਬਕਾਲੇ ਸਾਹਿਬ ਹੋਇਆ ਸੀ। ਇੱਥੋਂ ਮਹਾਰਾਜ ਦਾ 9ਵੇਂ ਪਾਤਸ਼ਾਹ ਦਾ ਗੁਰਤਾ ਗੱਦੀ ਦਾ ਸਮਾਂ ਸ਼ੁਰੂ ਹੁੰਦਾ। ਮਹਾਰਾਜ 6ਵੇਂ ਪਾਤਸ਼ਾਹ ਪਹਿਲਾਂ ਹੀ ਬਚਨ ਕਰਤਾ, ਕਹਿੰਦੇ ਜਿਹੜੇ ਸਾਡੇ ਤੋਂ 3ਜੀ ਥਾਂ ਤੇ ਗੁਰੂ ਆਉਣਗੇ ਨਾ, ਅੱਜ ਅਸੀਂ 6ਵੀਂ ਜਗ੍ਹਾ ਤੇ ਆ, 9ਵੀਂ ਪਾਤਸ਼ਾਹੀ, ਉਹਨਾਂ ਨੂੰ ਗੁਰਿਆਈ ਦਾ ਤਿਲਕ ਇੱਥੇ ਹੀ ਹੋਵੇਗਾ। ਮੇਰੋ ਰੂਪ ਭੇਦ ਨਹਿ ਕੋਈ। ਉਹਨਾਂ 'ਚ ਤੇ ਸਾਡੇ 'ਚ ਕੋਈ ਭੇਦ ਨਹੀਂ ਹੋਵੇਗਾ, ਸਾਡਾ ਹੀ ਰੂਪ ਹੋਣਗੇ। ਜੋਤ ਇੱਕੋ ਹੀ ਹੈ ਨਾ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ, ਜੋਤ ਉਹ, ਜੋਤ ਵੀ ਉਹ ਹੈ, ਜੁਗਤ ਵੀ ਉਹ ਹੈ, ਸਿਰਫ ਸਰੀਰ ਬਦਲੇ ਹਨ। ਗੁਰੂ ਨਾਨਕ ਨਿਰੰਕਾਰ 10 ਜਾਮਿਆਂ 'ਚ ਵਰਤਿਆ, ਅੱਜ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਵਿੱਚ ਵਰਤ ਰਿਹਾ। ਕਹਿਣ ਲੱਗੇ ਜਿਹੜੇ ਸਾਡੇ ਤੋਂ ਬਾਅਦ 9ਵੀਂ ਥਾਂ ਤੇ 9ਵੇਂ ਪਾਤਸ਼ਾਹ ਹੋਣਗੇ, ਸਾਡੇ ਤੋਂ 3ਜੀ ਥਾਂ ਤੇ ਹੋਣਗੇ। ਅਸੀਂ 6ਵੇਂ ਆ, ਉਹ 9ਵੇਂ ਹੋਣਗੇ। ਉਹਨਾਂ ਦਾ ਗੁਰਤਾ ਗੱਦੀ ਦਾ ਤਿਲਕ ਇੱਥੇ ਹੀ ਲੱਗੇਗਾ। ਤਬ ਲਓ ਜੀਵਨ ਤੇਰੋ ਹੋਈ। ਇਹ ਭਾਈ ਮੇਰਾ ਜੀ, ਉਹਨਾਂ ਚਿਰ ਤੁਹਾਡਾ ਸਰੀਰ ਰਹੇਗਾ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰ ਰਹੇ ਨੇ, ਭਾਈ ਮੇਰਾ ਜੀ, ਉਹਨਾਂ ਚਿਰ ਤੁਸੀਂ ਰਹੋਗੇ ਸਰੀਰ ਵਿੱਚ। ਲਗਭਗ ਸਾਧ ਸੰਗਤ ਜੀ 35 ਸਾਲ ਬਾਅਦ ਇਹ ਮਹਾਰਾਜ ਗੁਰੂ ਸਾਹਿਬ ਜੀ ਨੂੰ ਗੁਰਿਆਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਸਮਾਂ ਆਇਆ ਨਾ 1664 ਦਾ, ਤੇ ਉਸ ਤੋਂ ਕਈ ਸਾਲ ਪਹਿਲਾਂ ਮਾਤਾ ਜੀ ਲਗਭਗ 35 ਸਾਲ ਪਹਿਲਾਂ ਸਰੀਰ ਛੱਡਿਆ, ਕਿਉਂਕਿ 26 ਸਾਲ 11 ਮਹੀਨੇ 13 ਦਿਨ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਤਪ ਕੀਤਾ ਬਾਬੇ ਬਕਾਲੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਉਸ ਤੋਂ ਕਈ ਸਾਲ ਪਹਿਲਾਂ ਇੱਥੇ ਮਾਤਾ ਜੀ ਸਰੀਰ ਛੱਡਿਆ। ਸੋ 35-40 ਸਾਲ ਪਹਿਲਾਂ ਗੁਰੂ ਸਾਹਿਬ ਬਚਨ ਕੀਤਾ ਸੀ ਵੀ ਜਿਹੜੇ 9ਵੇਂ ਪਾਤਸ਼ਾਹ ਹੋਣਗੇ ਉਹਨਾਂ ਦੀ ਗੁਰਤਾ ਗੱਦੀ ਦੀ ਮਰਜ਼ਾਦਾ ਇੱਥੇ ਪੂਰੀ ਹੋਵੇਗੀ। ਵਾਹਿਗੁਰੂ। ਸੁਨ ਮਿਹਰ ਔਰ ਨਿਸ਼ਚੈ ਪਾਇਓ। ਭਾਈ ਮੇਰਾ ਜੀ ਸੁਣ ਕੇ ਬੜੇ ਪ੍ਰਸੰਨ ਹੋਏ, ਨਿਸ਼ਚਾ ਹੋਇਆ ਤੇ ਹੈਰਾਨ ਵੀ ਹੋਏ ਵੀ ਉਹ ਸਮਾਂ ਕਦੋਂ ਆਏਗਾ। ਸਮਾਂ ਬਹੁਤ ਦੂਰ ਹੈ, ਕਿਉਂਕਿ ਮਹਾਰਾਜ 6ਵੇਂ ਜਗ੍ਹਾ ਤੇ ਨੇ। ਮਹਾਰਾਜ ਤੋਂ ਬਾਅਦ 2 ਪਾਤਸ਼ਾਹੀਆਂ ਹੋਰ ਹੋਣਗੀਆਂ, ਫਿਰ ਉਹਨਾਂ ਤੋਂ ਬਾਅਦ 3ਜੀ ਥਾਂ ਤੇ ਆਉਣਗੇ, ਉਹ ਇੱਥੇ ਗੁਰਤਾ ਗੱਦੀ ਹੋਵੇਗੀ। ਨਿਸ਼ਚਾ ਕਰ ਲਿਆ ਵੀ ਜੋ ਮਹਾਰਾਜ ਬਚਨ ਕੀਤਾ ਹੋਵੇਗਾ ਪੂਰਾ। ਸਾਡੇ ਵਰਗੇ ਸਿੱਖ ਹੁੰਦੇ ਮੀਖ ਮਿੰਚ ਪੈ ਜਾਣਾ ਸੀ, ਇੱਦਾਂ ਕਿਵੇਂ ਹੋ ਸਕਦਾ, ਪਹਿਲਾਂ ਕਿਵੇਂ ਦੱਸ ਸਕਦੇ। ਪਰ ਸਾਧ ਸੰਗਤ ਜੀ, ਗੁਰੂ ਤੇ ਭੂਤ ਦਾ ਵੀ ਗਿਆਤਾ ਹੈ ਤੇ ਭਵਿੱਖ ਦਾ ਵੀ ਗਿਆਤਾ। ਜੋ ਪਿੱਛੇ ਹੋ ਚੁੱਕਾ ਉਹ ਵੀ ਗੁਰੂ ਜਾਣਦਾ, ਜਿਹੜਾ ਅੱਗੇ ਹੋਣਾ ਉਹ ਵੀ ਗੁਰੂ ਜਾਣਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਆਉਣ ਵਾਲੇ ਸਮੇਂ 'ਚ ਇੱਦਾਂ ਦਾ ਵਰਤਾਰਾ ਵਰਤੇਗਾ।
ਚਰਨ ਕਮਲ ਗੁਰ ਕੇ ਲਪਟਾਇਓ। ਭਾਈ ਮੇਰਾ ਜੀ ਮਹਾਰਾਜ ਦੇ ਚਰਨਾਂ ਨਾਲ ਲਿਪਟ ਗਏ, ਮੱਥਾ ਟੇਕਿਆ, ਨਮਸਕਾਰ ਕੀਤੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ। ਚੜੇ ਤੁਰੰਗ ਬੇਗ ਤੇ ਚਾਲੇ। ਤੇ ਮਹਾਰਾਜ ਘੋੜੇ ਤੇ ਸਵਾਰ ਹੋ ਗਏ, ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਬੜੀ ਤੇਜ਼ੀ ਨਾਲ ਤੁਰੇ ਨੇ ਮਹਾਰਾਜ। ਸਾਈਂ ਦਾਸ ਸਿੱਖ ਭੱਟ ਨਾਲੇ। ਭਾਈ ਸਾਈਂ ਦਾਸ ਜੀ ਉਹ ਵੀ ਨਾਲ ਹਨ। ਸਾਈਂ ਦਾਸ ਜੀ ਬੀਬੀ ਰਾਮੋ ਦੇ ਪਤੀ ਸਨ। ਮਹਾਰਾਜ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਂਢੂ ਸਨ, ਪਰ ਮਨ ਵਿੱਚ ਰਿਸ਼ਤੇਦਾਰੀ ਦਾ ਹੰਕਾਰ ਨਹੀਂ ਸੀ, ਆਪਣੇ ਆਪ ਨੂੰ ਨਿਮਾਣਾ ਸਿੱਖ ਹੀ ਸਮਝਦੇ ਸਨ। ਭਾਈ ਬਿਧੀ ਚੰਦ ਜੇਠਾ ਹੋਰ ਗੁਰਸਿੱਖ ਉਹਨਾਂ ਨੂੰ ਨਾਲ ਲੈ ਕੇ ਪੰਥ ਵਿਖੇ ਕੁਛ ਥੋੜਾ ਠਹਿਰੇ। ਥੋੜਾ ਰਸਤੇ 'ਚ ਠਹਿਰੇ ਨੇ। ਮਹਾਰਾਜ ਖੜੇ ਖੜੇ ਕਿਤੇ ਜਲ ਪਾਣੀ ਛਕਿਆ। ਲਗਭਗ 35-40 ਕਿਲੋਮੀਟਰ ਹੈ ਬਾਬੇ ਬਕਾਲੇ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ। ਤੇ ਘੋੜਿਆਂ ਤੇ ਮਹਾਰਾਜ ਸਵੇਰ ਦੇ ਤੁਰੇ ਨੇ, ਦੁਪਹਿਰ ਤੋਂ ਬਾਅਦ ਜਾ ਪਹੁੰਚੇ ਨੇ। ਹਾਂਜੀ, ਚੜੇ ਗੁਰੂ ਪੁਨ ਟਰੇ ਦੁਪਹਿਰੇ। ਮਹਾਰਾਜ ਪਹੁੰਚੇ ਨੇ ਕੋਈ 4 ਵਜਦੇ ਆ। ਸ਼ਾਮ ਦਾ ਟਾਈਮ ਜਦੋਂ ਹੁੰਦਾ ਦੁਪਹਿਰਾ ਢਲ ਜਾਂਦਾ, ਤੀਜਾ ਪਹਿਰ ਕਹਿ ਲੋ। ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚ ਵੀ ਗਏ ਹਨ। ਕਿਤਕ ਦਿਵਸ ਰਹਿ ਪਹੁੰਚੇ ਜਾਈ। ਔਰ ਕੁਝ ਦਿਨ ਬਾਬੇ ਬਕਾਲੇ ਰਹਿ ਕੇ ਵਾਪਸ ਸ੍ਰੀ ਅੰਮ੍ਰਿਤਸਰ ਆਏ ਹਨ। ਗੰਗ ਮਾਤ ਕੀ ਬਾਤ ਸੁਣਾਈ। ਤੇ ਜਦੋਂ ਮਹਾਰਾਜ ਪਹੁੰਚੇ ਨੇ ਅੰਮ੍ਰਿਤਸਰ, ਖਬਰ ਪਹੁੰਚੀ ਹੈ, ਨਾਲ ਹੀ ਪਹੁੰਚੀ। ਉਦੋਂ ਅੱਜ ਕੱਲ੍ਹ ਤਾਂ ਸਿਸਟਮ ਹੀ ਐਸਾ ਵੀ ਇੱਥੋਂ ਦੀ ਖਬਰ 1 ਮਿੰਟ 'ਚ ਪੂਰੀ ਦੁਨੀਆ 'ਚ ਪਹੁੰਚਦੀ ਹੈ। ਉਹਨਾਂ ਦਿਨਾਂ ਦੇ ਵਿੱਚ ਕੋਈ ਮਹਾਂਪੁਰਸ਼ ਬ੍ਰਹਮ ਗਿਆਨੀ ਭਾਵੇਂ ਜਾਣ ਲਵੇ ਕਿਸੇ ਥਾਂ ਤੇ ਕੀ ਹੋ ਰਿਹਾ, ਸਾਡੇ ਵਰਗਿਆਂ ਨੂੰ ਕੀ ਪਤਾ ਲੱਗਦਾ ਸੀ। ਅੰਮ੍ਰਿਤਸਰ ਸ਼ਹਿਰ 'ਚ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਪਹੁੰਚੇ ਤੇ ਸੰਗਤਾਂ ਹੈਰਾਨ ਸਨ ਵੀ ਮਾਤਾ ਜੀ ਨਾਲ ਨਹੀਂ ਆਏ। ਮਾਤਾ ਜੀ ਨਾਲ ਗਏ ਸਨ ਤੇ ਪਤਾ ਲੱਗਾ ਸੰਗਤਾਂ ਨੂੰ ਕਿ ਮਾਤਾ ਜੀ ਤਾਂ ਬਾਬੇ ਬਕਾਲੇ ਸਾਹਿਬ ਜਾ ਕੇ ਚੋਲਾ ਛੱਡ ਗਏ ਹਨ। ਗੁਰਪਤਨੀ ਤੀਨੋ ਰੁਦ ਨੰਤੀ। ਬਸ ਜਦੋਂ ਮਾਤਾ ਜੀ ਦੇ ਵਿਛੋੜੇ ਦੀ ਖਬਰ ਸੁਣੀ, ਮਾਤਾ ਦਮੋਦਰੀ ਜੀ, ਮਾਤਾ ਮਹਾਦੇਵੀ ਜੀ ਤੇ ਮਾਤਾ ਨਾਨਕੀ ਜੀ, ਇਹ 3 ਮਹਿਲ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ। ਤਿੰਨੇ ਹੀ ਮਾਤਾਵਾਂ ਬੈਰਾਗ ਕਰਨ ਲੱਗ ਪਈਆਂ। ਸਿਮਰ ਸਿਮਰ ਗੁਣ ਬਹੁ ਪਛਤੰਤੀ। ਇਹ ਆਪਣੇ ਮਾਤਾ ਜੀ ਆਪਣੀ ਸੱਸ ਮਾਤਾ ਗੰਗਾ ਨੂੰ ਯਾਦ ਕਰ ਕਰਕੇ ਬੈਰਾਗ ਕਰਦੀਆਂ ਹਨ। ਪੂਰਬ ਹੀ ਹਮ ਤੇ ਹੋਏ ਨਿਆਰੀ। ਮਾਤਾ ਦਮੋਦਰੀ ਜੀ, ਮਾਤਾ ਮਹਾਦੇਵੀ ਜੀ ਤੇ ਮਾਤਾ ਨਾਨਕੀ ਜੀ ਕਹਿੰਦੀਆਂ ਨੇ ਕਿ ਮਾਤਾ ਗੰਗਾ ਸਾਥੋਂ ਪਹਿਲਾਂ ਹੀ ਨਿਆਰੀ ਹੋ ਗਈ, ਵੱਖਰੀ। ਸਾਨੂੰ ਅਖੀਰਲੇ ਸਮੇਂ ਸੇਵਾ ਦਾ ਮੌਕਾ ਹੀ ਨਹੀਂ ਦਿੱਤਾ। ਸਾਨੂੰ ਸੇਵਾ ਮਿਲਦੀ, ਮਾਤਾ ਦੇ ਇਸ਼ਨਾਨ ਦੀ ਸੇਵਾ ਮਿਲਦੀ, ਕੋਈ ਹੋਰ ਹੁੰਦੀ, ਉਹ ਮਾਤਾ ਨੇ ਸਾਨੂੰ ਸੇਵਾ ਤੋਂ ਵੱਖਰਾ ਕਰ ਦਿੱਤਾ, ਨਿਆਰਾ ਕਰ ਦਿੱਤਾ। ਅੰਤ ਸਮੇਂ ਮਹਿ ਨਹੀਂ ਨਿਹਾਰੀ। ਅਸੀਂ ਮਾਂ ਦੇ ਅੰਤਮ ਦਰਸ਼ਨ ਵੀ ਨਹੀਂ ਕਰ ਸਕੀਆਂ। ਤਿੰਨੇ ਗੁਰੂ ਕੀਆਂ ਪਤਨੀਆਂ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਹਾਦੇਵੀ ਜੀ, ਮਾਤਾ ਗੰਗਾ ਜੀ ਨੂੰ ਯਾਦ ਕਰ ਕਰਕੇ ਬੈਰਾਗ ਕਰਦੀਆਂ ਹਨ। ਹਮ ਸਭ ਕੋ ਅਲੰਬ ਬੜ ਹੋਤੀ। ਤੇ ਕਹਿੰਦੀ ਹੈ ਮਾਤਾ ਦਮੋਦਰੀ, ਮਾਤਾ ਨਾਨਕੀ ਕਹਿੰਦੀਆਂ ਨੇ ਮਾਤਾ ਗੰਗਾ ਸਾਡਾ ਆਸਰਾ ਸੀ, ਸਾਡਾ ਸਹਾਰਾ ਸੀ। ਅਸੀਂ ਨਿਆਣੀਆਂ ਬੱਚੀਆਂ, ਉਹ ਸਾਡੀ ਮਾਂ, ਸਾਡੇ ਸਿਰ ਦੇ ਉੱਤੇ ਉਹਦਾ ਬੜਾ ਛਾਇਆ ਸੀ। ਹਰ ਚੰਗੀ ਮਾੜੀ ਗੱਲ ਵਿੱਚ ਉਹ ਸਾਨੂੰ ਮੱਤ ਦਿੰਦੀ ਸੀ। ਉਹ ਮਾਂ ਸਾਡੀ ਹੁਣ ਸਾਨੂੰ ਕਦੋਂ ਮਿਲੇਗੀ? ਉਹਦੇ ਦਰਸ਼ਨ ਹੁਣ ਸਾਨੂੰ ਨਹੀਂ ਹੋਣਗੇ। ਘਰ ਕਾਰਜ ਕੀ ਦਾਇਕ ਮਤੀ। ਉਹ ਘਰ ਕੰਮ ਦੇ ਵਿੱਚ, ਬਾਹਰ ਸਮਾਜ ਦੇ ਵਿੱਚ ਮੱਤ ਦਿੰਦੀ ਸੀ ਆਪਣੀਆਂ ਨੂੰਹਾਂ ਨੂੰ। ਹਰ ਸਿਆਣੀ ਸੱਸ ਅਕਲ ਦਿੰਦੀ ਹੈ, ਮੱਤ ਦਿੰਦੀ ਹੈ, ਪੁੱਤਰ ਇੰਜ ਨਹੀਂ ਇੰਜ ਕਰੀਦਾ। ਮਾਤਾ ਗੰਗਾ ਤਾਂ ਫਿਰ ਮਾਤਾ ਗੰਗਾ ਹੀ ਸੀ। ਉਹਦੇ ਪਿਆਰ ਨੂੰ ਯਾਦ ਕਰਕੇ ਮਾਤਾ ਦਮੋਦਰੀ, ਮਾਤਾ ਨਾਨਕੀ ਤੇ ਮਾਤਾ ਮਹਾਦੇਵੀ ਜੀ ਬੈਰਾਗ ਕਰਦੀਆਂ। ਸ੍ਰੀ ਗੁਰ ਉਤਰ ਪਰੇ ਤਹ ਸਮੋ। ਮਹਾਰਾਜ ਘੋੜੇ ਤੋਂ ਉਤਰੇ ਨੇ, ਸ੍ਰੀ ਹਰ ਮੰਦਰ ਕਰ ਕੈ ਨਮੋ। ਤੇ ਜਾ ਕੇ ਇਸ਼ਨਾਨ ਕੀਤਾ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਹੈ। ਬੈਠੇ ਤਖਤ ਅਕਾਲ ਸਥਾਨ। ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਮਹਾਰਾਜ ਬੈਠ ਗਏ ਨੇ। ਸੁਧਪੁਰ ਮਹਿ ਸੁਨ ਸੁਨ ਸਭ ਕਾਨ। ਸਾਰੇ ਸ਼ਹਿਰ ਸ੍ਰੀ ਅੰਮ੍ਰਿਤਸਰ ਘਰ ਘਰ 'ਚ ਖਬਰ ਪਹੁੰਚ ਗਈ। ਕੰਨੋ ਕੰਨੀ ਇੱਕਦਮ ਦੁੱਖ ਦੀ ਖਬਰ ਆਈ ਹੈ।
ਸਾਰੇ ਸ਼ਹਿਰ 'ਚ ਸਨਾਟਾ ਜਿਹਾ ਛਾ ਗਿਆ, ਸਾਰੇ ਮੂੰਹ ਅੱਡੇ ਰਹਿ ਗਏ। ਹੈਂ, ਮਾਤਾ ਜੀ ਚਲੇ ਗਏ? ਮਾਤਾ ਜੀ ਦਾ ਇੰਨਾ ਪ੍ਰਤਾਪ ਸੀ ਨਾ ਸ੍ਰੀ ਅੰਮ੍ਰਿਤਸਰ ਸਾਹਿਬ, ਤਾਂ ਕਿ ਸਾਰੇ ਸੰਸਾਰ ਭਰ ਦੇ ਸਿੱਖ ਜਿਹੜੇ ਮਾਤਾ ਜੀ ਦੀ ਸ਼ਖਸੀਅਤ ਤੋਂ ਜਾਣੂ ਸਨ। ਕੋਈ ਛੋਟੀ ਹਸਤੀ ਥੋੜਾ ਸਨ ਮਾਤ ਗੰਗਾ ਜੀ, ਜਿਨ੍ਹਾਂ ਦੇ ਪਤੀ ਦੇਵ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ, ਜਿਨ੍ਹਾਂ ਦੇ ਸੁਪੁੱਤਰ ਮਹਾਬਲੀ ਸੂਰਬੀਰ ਯੋਧੇ ਧਰਮ ਧੁਰੰਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਸ ਮਾਤਾ ਦਾ ਵਿਛੋੜਾ ਸਾਰੇ ਪੰਥ ਲਈ ਅਸਹਿ ਹੋ ਗਿਆ। ਸਿਆਣੇ ਨਰ ਸਤਿਗੁਰ ਢਿਗ ਆਏ, ਸਿਆਣੇ ਲੋਕ ਮਹਾਰਾਜ ਸਾਹਿਬ ਜੀ ਕੋਲ ਆ ਕੇ ਬੈਰਾਗ ਕਰਦੇ ਹਨ। ਬੈਠ ਮਾਤ ਕੀ ਬਾਤ ਚਲਾਏ, ਗੁਰੂ ਮਹਾਰਾਜ ਕੋਲ ਬੈਠ ਕੇ ਮਾਤਾ ਜੀ ਦੀਆਂ ਗੱਲਾਂ, ਮਾਤਾ ਜੀ ਦੇ ਬਚਨ, ਮਾਤਾ ਜੀ ਦੀਆਂ ਸਾਖੀਆਂ, ਮਾਤਾ ਨੇ ਜੋ ਪਿਆਰ ਵੰਡਿਆ ਉਹ ਸਿੱਖ ਯਾਦ ਕਰਦੇ ਨੇ ਜਿਹੜੇ ਕਦੀ ਮਾਤਾ ਦੇ ਹੱਥੋਂ ਲੰਗਰ ਛਕਦੇ ਸਨ। ਕਿਉਂਕਿ ਮਾਤਾ ਜੀ ਏਡੇ ਵੱਡੇ ਹੋ ਕੇ ਵੀ ਆਪਣੀ ਸੇਵਾ ਲੰਗਰ ਦੀ ਬੰਦ ਨਹੀਂ ਕਰਦੇ ਸੀ। ਲੰਗਰ ਵਿੱਚ ਖੜੇ ਕਦੀ ਦਾਲ ਬਣਾ ਰਹੇ ਨੇ, ਕਦੀ ਖੀਰ ਬਣਾ ਰਹੇ ਨੇ, ਕਦੀ ਸੇਵਾ ਕਰ ਰਹੇ ਨੇ, ਕਦੀ ਭਾਂਡੇ ਮਾਂਜਣ ਲੱਗ ਗਏ ਨੇ, ਕਦੀ ਮਾਤਾ ਜੀ ਪ੍ਰਸ਼ਾਦਾ ਵਰਤਾਉਣ ਲੱਗ ਪਏ ਨੇ। ਉਹ ਸਿੱਖ ਯਾਦ ਕਰਦੇ ਨੇ ਮਾਤਾ ਨੂੰ। ਧੰਨ ਸੀ ਸਾਡੀ ਮਾਂ ਜਿਹੜੀ ਲੱਖਾਂ ਲੋਕਾਂ ਨੂੰ ਪ੍ਰਸ਼ਾਦਾ ਛਕਾਉਂਦੀ ਸੀ। ਇੰਨੀ ਬਰਕਤ ਸੀ ਮਾਤਾ ਦੇ ਹੱਥਾਂ ਵਿੱਚ ਕਿ ਜਦੋਂ ਲੰਗਰ 'ਚ ਮਾਤਾ ਜੀ ਖਲੋ ਜਾਂਦੇ ਸੀ ਰਸਤਾ ਮੁੱਕਦੀਆਂ ਹੀ ਨਹੀਂ ਸੀ। ਉਹਨਾਂ ਦੇ ਹੱਥੋਂ ਕਦੀ ਲੰਗਰ ਨਿਖੁੱਟਿਆ ਨਹੀਂ, ਅਤੁੱਟ ਹੀ ਵਰਤਦਾ ਸੀ। ਕਰਹਿ ਸਰਾਹਨ ਬਹੁ ਮਤਵੰਤੀ, ਬੜੀ ਸਿਆਣੀ ਮਾਂ ਸੀ ਸਾਡੀ, ਸਾਰੇ ਪੰਥ ਦੀ ਮਾਂ ਸੀ, ਸਾਰੀ ਸ੍ਰਿਸ਼ਟੀ ਦੀ ਮਾਂ ਸੀ ਮਾਤਾ ਗੰਗਾ ਜੀ। ਸਮਭਾਨੀ ਕੇ ਅਤ ਸਤਵੰਤੀ, ਪੁਰਾਣੇ ਸਿੱਖ ਕਹਿੰਦੇ ਨੇ ਗੁਰੂ ਜੀ ਅਸੀਂ ਤੁਹਾਡੀ ਦਾਦੀ ਵੀ ਵੇਖੀ ਹੈ, ਤੁਹਾਡੀ ਦਾਦੀ ਬੀਬੀ ਭਾਨੀ, ਉਹ ਬੜੀ ਸਿਆਣੀ ਸੀ। ਜਿਵੇਂ ਬੀਬੀ ਭਾਨੀ ਸਿਆਣੀ ਸੀ ਨਾ, ਉਵੇਂ ਮਾਤਾ ਗੰਗਾ ਦਾ ਵੀ ਉਹੀ ਜਿਹਾ ਹੀ ਵਰਤਾਰਾ ਵੇਖਿਆ। ਮਾਤਾ ਭਾਨੀ ਤੇ ਮਾਤਾ ਗੰਗਾ ਸੱਸਾਂ ਨੋਹਾਂ ਇੱਕੋ ਹੀ ਰੂਪ ਸਨ। ਹਾਂਜੀ, ਗੁਰੂ ਕਹਿਓ ਜੋ ਉਪਜਨ ਠਾਰ, ਛੇਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਗੁਰਮੁਖੋ, ਇਹ ਸੰਸਾਰ ਦੀ ਖੇਡ ਐਸੀ ਜੋ ਜਨਮ ਲੈਂਦਾ ਹੈ ਉਸ ਨੂੰ ਇਹ ਸਰੀਰ ਛੱਡਣਾ ਪੈਂਦਾ। ਜੋ ਉਪਜੋ ਸੋ ਬਿਨਸ ਹੈ, ਇਹ ਸੰਸਾਰ ਦੀ ਖੇਡ ਹੈ। ਬਿਨਸ ਹੈ ਨੇਮ ਇਹੀ ਕਰਤਾਰ, ਇਹ ਕਰਤਾਰ ਦਾ ਨੇਮ ਹੈ, ਭਾਣਾ ਪਰਮੇਸ਼ਰ ਦਾ। ਜੋ ਪੈਦਾ ਹੋਇਆ ਉਹਨੂੰ ਇਹ ਚੋਲਾ ਛੱਡਣਾ ਪੈਂਦਾ। ਸੰਸਾਰ 'ਚ ਕੋਈ ਚੀਜ਼ ਸਦਾ ਨਹੀਂ ਰਹਿਣੀ, ਕੋਈ ਜੀਵ ਸਦਾ ਨਹੀਂ ਰਹਿਣਾ। ਇੱਥੇ ਬੜੇ ਬੜੇ ਰਾਜੇ ਮਹਾਰਾਜੇ ਅਵਤਾਰ ਔਲੀਏ ਪੀਰ ਪੈਗੰਬਰ ਗੁਰੂ ਪੀਰ ਆ ਕੇ ਚਲੇ ਗਏ ਹਨ। ਇੱਥੇ ਸਦਾ ਕਿਸੇ ਨੇ ਨਹੀਂ ਰਹਿਣਾ। ਹੋਣਹਾਰ ਕੋ ਕਿਆ ਹੈ ਸ਼ੋਕ, ਮਹਾਰਾਜ ਕਹਿੰਦੇ ਭਾਈ ਸਿੱਖੋ, ਜੋ ਹੋਣਾ ਨਾ ਉਹ ਹੋ ਕੇ ਰਹਿਣਾ, ਤੇ ਹੋਣੀ ਦਾ ਸ਼ੌਕ ਨਹੀਂ ਮਨਾਉਣਾ ਚਾਹੀਦਾ। ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਜਿਹੜੀ ਅਣਹੋਣੀ ਹੋ ਜੇ ਉਹਦੀ ਚਿੰਤਾ ਕਰੋ, ਜਿਹੜੀ ਹੋਣੀ ਹੈ ਨਾ ਉਹ ਤੇ ਹੋਣੀ ਹੋਣੀ ਹੈ। ਸਰੀਰ ਤਾਂ ਸਾਰਿਆਂ ਦੇ ਛੁੱਟਣੇ ਹੀ ਛੁੱਟਣੇ ਹਨ। ਹਾਂਜੀ, ਕਰਹਿ ਸ਼ੋਕ ਪਾਏ ਨਾ ਕੁਛ ਲੋਕ, ਕਹਿੰਦੇ ਜੇ ਕੋਈ ਸ਼ੋਕ ਕਰ ਵੀ ਲਵੇ, ਕੋਈ ਰੋ ਪਿੱਟ ਵੀ ਲਵੇ, ਕੋਈ ਤਾਹਾਂ ਮਾਰ ਵੀ ਲਵੇ, ਉਹਦੇ ਨਾਲ ਕੁਝ ਮਿਲ ਜਾਣਾ? ਕੋਈ ਵਾਪਸ ਆ ਜਾਣਾ ਕਿਸੇ ਨੇ? ਨਾ, ਰੋਇਆ ਪਿੱਟਿਆ ਕੁਛ ਨਹੀਂ ਬਣਦਾ ਭਾਈ। ਭਾਣਾ ਮੰਨਣ ਵਿੱਚ ਹੀ ਸਾਡਾ ਭਲਾ ਹੈ। ਪੁਰ ਕੇ ਨਰ ਮਸੰਦ ਗਨ ਸੂਰੇ, ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ, ਬੀਬੀਆਂ, ਬੱਚੇ, ਬੁੱਢੇ, ਸ਼ਹਿਰ ਦੇ ਮਸੰਦ, ਗੁਰੂ ਘਰ ਦੇ ਮੁਖੀ ਭਾਈ ਸਾਲੋ ਵਰਗੇ, ਭਾਈ ਬਹਿਲੋ ਵਰਗੇ, ਹੋਰ ਜਿਹੜੇ ਸਿਆਣੇ ਸਿਆਣੇ ਸਿੱਖ ਤੇ ਗੁਰੂ ਦੀ ਫੌਜ ਦੇ ਯੋਧੇ, ਹਾਂਜੀ, ਆਏ ਭਈ ਭੀਰ ਥਲ ਪੂਰੇ, ਉਹ ਸਾਰੇ ਆ ਗਏ। ਪਿੰਡਾਂ ਦੇ ਲੋਕ ਜਿਹੜੇ ਅੰਮ੍ਰਿਤਸਰ ਦੇ ਲਾਗੇ, ਤਰਨਤਾਰਨ ਸਾਹਿਬ ਦੇ ਲਾਗੇ, ਜਿੱਥੇ ਜਿੱਥੇ ਖਬਰ ਮਿਲਦੀ ਗਈ, ਲੋਕ ਗੱਡਿਆਂ ਤੇ ਰੇੜਿਆਂ ਤੇ ਪੈਦਲ ਜਿਵੇਂ ਕੋਈ ਆਇਆ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੇ ਆ ਕੇ। ਹਜ਼ਾਰਾਂ ਲੱਖਾਂ ਲੋਕ ਗੁਰੂ ਸਾਹਿਬ ਕੋਲ ਆਏ। ਫਿਰ ਹਾਂਜੀ, ਜਥਾ ਜੋਗ ਸਭ ਹਿਨ ਕੇ ਸਾਥ, ਮੇਰੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਸਾਰਿਆਂ ਦਾ ਸਤਿਕਾਰ ਕੀਤਾ। ਜਥਾ ਜੋਗ ਸਾਰੇ ਨਾਲ ਗੱਲਬਾਤ ਕੀਤੀ, ਸਾਰਿਆਂ ਨੂੰ ਮਹਾਰਾਜ ਨੇ ਇਹੀ ਕਿਹਾ ਭਾਈ ਮਾਤਾ ਜੀ ਨੂੰ ਰੋਣਾ ਨਹੀਂ। ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਵਾਪਰੇ, ਜੋ ਹਟ ਹੈ ਹਾਟ ਬਿਕਾਏ। ਜਿਹੜੇ ਰੱਬ ਦੇ ਘਰ ਚਲੇ ਗਏ, ਰੱਬ ਨਾਲ ਮਿਲ ਗਏ, ਉਹਨਾਂ ਨੂੰ ਕੀ ਰੋਣਾ। ਹਾਂਜੀ,
ਬਚਨ ਬਿਲਾਸ ਪ੍ਰਕਾਸ਼ੇ ਨਾਥ। ਮਹਾਰਾਜ ਸਭ ਦੇ ਨਾਲ ਬਚਨ। ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਖਾਸੀਅਤ ਸੀ ਕਿ ਜੇ ਲੱਖ ਬੰਦਾ ਵੀ ਆਇਆ ਨਾ, ਸਾਰਿਆਂ ਨੂੰ ਮਿਲਣਾ, ਸਾਰਿਆਂ ਨੂੰ ਇੰਝ ਲੱਗਣਾ ਵੀ ਮਹਾਰਾਜ ਮੇਰੇ ਨਾਲ ਬੋਲੇ ਸੀ। ਕੋਈ ਇਹ ਨਾ ਸੋਚ ਕੇ ਜਾਏ ਗੁਰੂ ਘਰ ਚੋਂ ਆਇਆ ਵੀ ਮੈਂ ਤੇ ਮਿਲਣ ਗਿਆ ਸੀ, ਗੁਰੂ ਸਾਹਿਬ ਨੇ ਮੈਨੂੰ ਬੁਲਾਇਆ ਹੀ ਨਹੀਂ, ਗੁਰੂ ਸਾਹਿਬ ਨੇ ਮੇਰੀ ਗੱਲ ਨਹੀਂ ਸੁਣੀ, ਗੁਰੂ ਸਾਹਿਬ ਨੂੰ ਪਤਾ ਨਹੀਂ ਲੱਗਾ ਮੈਂ ਆਇਆ ਕਿ ਨਹੀਂ ਆਇਆ। ਇੰਨੀ ਦ੍ਰਿਸ਼ਟੀ ਪੂਰੇ ਗੁਰੂ ਦਾ ਪੂਰੇ ਹੀ ਹੁੰਦੇ ਆ। ਮਨੁੱਖ ਵਿੱਚ, ਸੰਸਾਰੀ ਜੀਵਾਂ ਵਿੱਚ ਤੇ ਅਕਾਲ ਪੁਰਖ ਦੇ ਪਰਮੇਸ਼ਰ ਦੇ ਅਵਤਾਰਾਂ 'ਚ ਫਰਕ ਹੁੰਦਾ। ਸੱਚੇ ਪਾਤਸ਼ਾਹ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ। ਸੱਚੇ ਪਾਤਸ਼ਾਹ ਜੀ ਸਭ ਨੂੰ ਮਿਲੇ ਹਨ ਤੇ ਸਾਰਿਆਂ ਨੂੰ ਇਹੀ ਕਹੇ ਭਾਈ ਭਾਣਾ ਮੰਨੋ। ਉੱਠ ਕਰ ਨਿਜ ਮਹਿਲੀ ਤਬ ਗਏ। ਸਤਿਗੁਰੂ ਪਾਤਸ਼ਾਹ ਫਿਰ ਅਕਾਲ ਤਖਤ ਤੋਂ ਉੱਠ ਕੇ ਆਪਣੇ ਮਹਿਲਾਂ ਵਿੱਚ ਗਏ ਹਨ। ਅਧਿਕ ਸ਼ੋਰ ਤਹ ਸੁਨਤੇ ਭਏ। ਅੱਗੇ ਬੀਬੀਆਂ ਇਕੱਠੀਆਂ ਹੋਈਆਂ ਮਾਤਾ ਦਮੋਦਰੀ ਜੀ ਦੇ ਕੋਲ, ਮਾਤਾ ਨਾਨਕੀ ਜੀ ਦੇ ਕੋਲ, ਮਾਤਾ ਮਹਾਦੇਵੀ ਜੀ ਦੇ ਕੋਲ। ਬੀਬੀਆਂ ਦਾ ਸੁਭਾਅ 'ਚ ਹੁੰਦਾ ਵੀ ਬੈਰਾਗ ਕਰਦੀਆਂ ਨੇ, ਰੋਂਦੀਆਂ ਨੇ, ਅੱਖਾਂ 'ਚ ਹੰਝੂ ਆ ਜਾਂਦੇ ਨੇ, ਸ਼ੋਕ ਕਰਦੀਆਂ ਨੇ ਬੀਬੀਆਂ। ਪੁਰ ਕੀ ਨਾਰ ਬ੍ਰਿੰਦ ਘਰ ਭਰਿਓ। ਘਰ ਭਰਿਆ ਪਿਆ ਬੀਬੀਆਂ ਨਾਲ। ਸ੍ਰੀ ਅੰਮ੍ਰਿਤਸਰ ਗੁਰੂ ਕੇ ਮਹਿਲ ਭਰੇ ਪਏ ਹਨ। ਉੱਚੇ ਸੁਰ ਰੋਦਨ ਬਹੁ ਕਰਿਓ। ਉੱਚੇ ਸੁਰ 'ਚ ਰੋਈ ਜਾਂਦੀਆਂ, ਬੈਰਾਗ ਕਰਦੀਆਂ ਹਨ। ਇੱਕ ਦਾਸੀ ਨਿਜ ਨਿਕਟ ਬੁਲਾਈ। ਸਤਿਗੁਰੂ ਜੀ ਆ ਕੇ ਘਰ ਬੈਠ ਗਏ। ਇੱਕ ਦਾਸੀ ਨੂੰ ਬੁਲਾਇਆ। ਰੁਦਤ ਦੁਖਤ ਚਿਤ ਸੋ ਚਲ ਆਈ। ਉਹ ਵੀ ਰੋਂਦੀ ਰੋਂਦੀ ਆਈ ਛੇਵੇਂ ਪਾਤਸ਼ਾਹ ਦੇ ਕੋਲ ਦਾਸੀ। ਕਹਿਓ ਤਾਹੇ ਸੋ ਰੁਦਨ ਹਟਾਵੋ। ਮਹਾਰਾਜ ਕਹਿਣ ਲੱਗੇ ਦਾਸੀ ਨੂੰ, ਤੂੰ ਅੰਦਰ ਜਾ ਤੇ ਸਾਰੀਆਂ ਬੀਬੀਆਂ ਨੂੰ ਕਹਿ ਵੀ ਰੋਣਾ ਬੰਦ ਕਰ ਦਿਓ, ਰੋਣਾ ਨਹੀਂ। ਹਾਂਜੀ, ਬੈਠੇ ਰਹੋ ਗੁਰ ਗੁਣ ਗਾਵੋ। ਬੈਠ ਕੇ ਭਜਨ ਕਰੋ। ਮਹਾਰਾਜ ਸਾਹਿਬ ਜੀ ਦੀ ਬਾਣੀ ਪੜੋ, ਸੁਖਮਨੀ ਸਾਹਿਬ ਪੜੋ, ਹੋਰ ਗੁਰਬਾਣੀ ਦਾ ਨਿਤਨੇਮ ਕਰੋ, ਰੋਵੋ ਨਾ। ਹਾਂਜੀ, ਬੜ ਭਾਗਨ ਜਨਨੀ ਸੁਖ ਪਾਏ। ਸਾਡੀ ਮਾਂ ਵੱਡੇ ਭਾਗਾਂ ਵਾਲੀ ਸੀ, ਬੜੀ ਪਵਿੱਤਰ ਆਤਮਾ ਸੀ, ਉਹ ਤਾਂ ਬ੍ਰਹਮ ਗਿਆਨੀ ਸੀ। ਹਾਂਜੀ, ਨਹਿ ਸੋਚਨ ਕੇ ਜੋਗ ਕਦਾਏ। ਸਾਡੀ ਮਾਂ ਦੇ ਵਾਸਤੇ ਰੋਣਾ ਨਹੀਂ ਚਾਹੀਦਾ, ਉਹਨੂੰ ਨਹੀਂ ਰੋਣਾ। ਸਾਰੇ ਕੀਰਤਨ ਕਰੋ, ਭਜਨ ਕਰੋ, ਸਾਰੀਆਂ ਬੀਬੀਆਂ ਨੂੰ ਸਮਝਾਓ ਜਾ ਕੇ। ਸੁਨ ਦਾਸੀ ਅੰਤਰ ਤਬ ਜਾਏ। ਦਾਸੀ ਅੰਦਰ ਗਈ ਹੈ। ਗੁਰਬਚ ਕਹਿ ਕੇ ਦਈ ਹਟਾਏ। ਵੀ ਗੁਰੂ ਮਹਾਰਾਜ ਦਾ ਹੁਕਮ ਹੈ, ਰੋਣਾ ਨਹੀਂ। ਵੈਸੇ ਨਹੀਂ ਬੀਬੀਆਂ ਹੁਕਮ ਮੰਨਦੀਆਂ ਹੁੰਦੀਆਂ, ਪਰ ਗੁਰੂ ਦਾ ਪ੍ਰਤਾਪ ਐਸਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਦਾ ਹੁਕਮ ਹੈ, ਮਹਾਰਾਜ ਕਹਿੰਦੇ ਵੀ ਨਹੀਂ ਰੋਣਾ, ਉੱਥੇ ਚੁੱਪ ਕਰ ਗਈਆਂ। ਇੱਕ ਮਹਾਨ ਮਹਾਂਪੁਰਸ਼ ਦੇ ਬਚਨ ਦੀ ਸੱਤਿਆ ਕੀ ਹੁੰਦੀ ਹੈ, ਇੱਥੋਂ ਪਰਖ ਲਓ। ਵੈਸੇ ਤਾਂ ਰੋਣਾ ਸੰਸਾਰੀ ਤੌਰ ਤੇ ਤਾਂ ਜਾਇਜ਼ ਹੈ, ਕਿਉਂਕਿ ਉਹ ਬੜਾ ਦੁੱਖ ਲੱਗਾ, ਮਾਂ ਚਲੀ ਗਈ, ਸਿਰ ਤੋਂ ਛਾਇਆ ਚਲਾ ਗਿਆ, ਪਰ ਉਸ ਰੋਣੇ ਨੂੰ ਕਾਬੂ ਕਰ ਲੈਣਾ, ਕੰਟਰੋਲ ਕਰ ਲੈਣਾ ਰੋਣੇ ਉੱਤੇ, ਇਹ ਗੁਰੂ ਦਾ ਭੈ ਹੈ। ਔਰ ਭੈ ਉਹ ਨਹੀਂ ਡੰਡੇ ਵਾਲਾ, ਇਹ ਹੈ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਨਿਰਮਲ ਭਉ ਮਨ ਵਿੱਚ ਹੈ ਗੁਰੂ ਦਾ ਬਚਨ ਮੰਨਣਾ। ਹਾਂਜੀ, ਸੁਣ ਕੇ ਸਨੇ ਸਨੇ ਹਟ ਗਈ। ਸਾਰੀਆਂ ਹੌਲੇ ਹੌਲੇ ਬੀਬੀਆਂ ਚੁੱਪ ਕਰ ਗਈਆਂ। ਸ਼ੋਕ ਸਕਲ ਹੀ ਠਾਨਤ ਭਈ। ਸਾਰੀਆਂ ਦਾ ਮਨ ਬੈਰਾਗ ਵਿੱਚ ਹੈ, ਪਰ ਰੋਂਦੀਆਂ ਨਹੀਂ ਹੁਣ। ਮਾਤਾ ਜੀ ਦੇ ਬਚਨ ਕਰਨ ਲੱਗ ਪਈਆਂ। ਮਾਤਾ ਜੀ ਨਾਲ ਜੋ ਜੋ ਉਹਨਾਂ ਦੇ ਬਚਨ ਹੁੰਦੇ ਸੀ, ਉਹ ਬਚਨ ਸਾਂਝੇ ਕਰਨ ਲੱਗ ਪਈਆਂ। ਰਾਤ ਬਿਤਾਵਨ ਕੀਨੀ ਸੋਏ। ਉਹ ਰਾਤ ਵੀ ਬੀਤ ਗਈ। ਉਠੇ ਪ੍ਰਭੂ ਨਿਜ ਬੇਲਾ ਜੋਏ। ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ, ਛੇਵੇਂ ਪਾਤਸ਼ਾਹ ਜਾਗੇ। ਸੁਧ ਸੰਬੰਧੀਨ ਸਦਨ ਪਠਾਈ। ਸਾਰੇ ਰਿਸ਼ਤੇਦਾਰਾਂ ਨੂੰ ਖਬਰ ਭੇਜੀ, ਗੋਇੰਦਵਾਲ ਸਾਹਿਬ ਭੇਜੀ ਖਬਰ। ਸੁਣੀ ਸਭਨ ਬਹੁ ਸ਼ੋਕ ਉਪਾਈ। ਜਿੱਥੇ ਜਿੱਥੇ ਖਬਰ ਪਹੁੰਚੀ ਨਾ, ਉੱਥੇ ਉੱਥੇ ਬੈਰਾਗ ਛਾ ਗਿਆ ਸਾਰੇ ਪਾਸੇ। ਨਿਜ ਨਿਜ ਘਰ ਤੇ ਹੋਇਆ ਕਰ ਤਿਆਰੇ। ਸਾਰੇ ਆਪਣੇ ਆਪਣੇ ਪਿੰਡਾਂ ਤੋਂ ਤਿਆਰ ਹੋ ਕੇ ਗੱਡਿਆਂ ਤੇ ਬਹਿ ਕੇ ਅੰਮ੍ਰਿਤਸਰ ਨੂੰ ਚੱਲ ਪਏ। ਪਰੇ ਸੁਦਾਸਰ ਪੰਥ ਮਝਾਰੇ। ਅੰਮ੍ਰਿਤਸਰ ਦੇ ਰਾਹ ਪੈ ਗਏ ਸਾਰੇ ਰਿਸ਼ਤੇਦਾਰ। ਬੋਲੇ ਸਤਿਗੁਰ ਸੁਨ ਗੁਰਦਾਸ। ਮਹਾਰਾਜ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਪਠੋ ਗ੍ਰੰਥ ਸਾਹਿਬ ਸੁਖ ਰਾਸ। ਭਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਰੰਭ ਕਰ ਦਿਓ। ਸਾਰਾ ਪਰਿਵਾਰ ਬਹਿ ਕੇ ਪਾਠ ਸੁਣੇਗਾ। ਵਿਦਤ ਹੈ ਸਿੱਖਿਅਨ ਮੈਂ ਅਸਰੀਤ। ਆਉਣ ਵਾਲੇ ਸਮੇਂ 'ਚ ਗੁਰਸਿੱਖਾਂ 'ਚ ਮਰਜ਼ਾਦਾ ਵੱਜੇਗੀ।
ਪ੍ਰਾਣੀ ਦੇ ਨਿਮਿਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਿਆ ਕਰਨਗੇ, ਸੁਣਿਆ ਕਰਨਗੇ। ਮ੍ਰਿਤਕ ਭਏ ਜੇ ਪੜ੍ਹੈ ਸੋ ਪ੍ਰੀਤ। ਜੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਉਹਦੇ ਨਿਮਿਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪੜ੍ਹਨਗੇ, ਸੁਣਨਗੇ। ਸਭ ਬਿਦ ਕੇ ਸੁਖ ਪਾਵਹਿ ਪ੍ਰਾਨੀ। ਉਸ ਪ੍ਰਾਣੀ ਦਾ ਭਲਾ ਹੋਵੇਗਾ ਜਿਹਦੇ ਨਿਮਿਤ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਜਾਏਗੀ। ਜਿਸ ਹਿਤ ਪੜਨ ਕਰਹਿ ਗੁਰਬਾਣੀ। ਜਿਹਦੇ ਵਾਸਤੇ ਗੁਰਬਾਣੀ ਪੜਾਂਗੇ ਉਹ ਸੱਚਖੰਡ ਜਾਵੇਗਾ। ਇਸ ਫਲ ਸਮ ਜਗ ਅਪਰ ਨਾ ਕੋਈ। ਇਸ ਦੇ ਵਰਗੀ ਗੁਰਬਾਣੀ ਵਰਗੀ ਕੋਈ ਚੀਜ਼ ਨਹੀਂ। ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਕਈ ਕਰੋੜਾਂ ਜਗ ਫਲ ਇੱਕ ਪਾਸੇ, ਗੁਰਬਾਣੀ ਦੀ ਇੱਕ ਪੰਕਤੀ ਪੜ੍ਹ ਲਏ ਉਹਦਾ ਫਲ ਇੱਕ ਪਾਸੇ ਹੈ। ਹਾਂਜੀ, ਬੜੇ ਭਾਗ ਤੇ ਪ੍ਰਾਪਤ ਹੋਈ। ਵੱਡੇ ਭਾਗਾਂ ਨਾਲ ਮਹਾਰਾਜ ਦੀ ਇਹ ਬਾਣੀ ਧਰ ਧੋ ਤੋਂ ਆਈ ਹੈ, ਗੁਰਸਿੱਖਾਂ ਦੇ ਵਾਸਤੇ ਸਾਨੂੰ ਪ੍ਰਾਪਤ ਹੋਈ ਹੈ। ਫਰਸ਼ ਕਰਾਇਓ ਸੁੰਦਰ ਠੌਰ। ਸੋ ਸਾਧ ਸੰਗਤ ਜੀ ਬੜਾ ਸੁੰਦਰ ਫਰਸ਼ ਵਿਛਾਇਆ, ਗਲੀਚੇ ਵਿਛਾਏ ਗਏ। ਦੋਹਾਂ ਦੇਸ਼ ਸਿੱਖ ਟੁਰਾਵਹਿ ਚੌਰ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੌਰ ਕਰਨ ਵਾਲੇ ਦੋਵੇਂ ਪਾਸੇ ਚੌਰ ਬਰਦਾਰ ਖੜੇ ਸਿੱਖ ਚੌਰ ਕਰਦੇ ਨੇ। ਖੋਲਨ ਕਰਿਓ ਗ੍ਰੰਥ ਜੀ ਤਬੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਕਰ ਗੁਰਦਾਸ ਪਾਠਕੋ ਸਭੈ। ਭਾਈ ਗੁਰਦਾਸ ਜੀ ਪਾਠ ਕਰਨ ਲੱਗ ਪਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸੁਣਨ ਲੱਗ ਪਏ। ਇਮ ਕਰਤੇ ਦਿਨ ਦੁਆ ਕੇ ਬਿਤਾਏ। ਇਸ ਤਰ੍ਹਾਂ 2 ਦਿਨ ਪਾਠ ਕਰਦਿਆਂ ਜਦੋਂ ਹੋ ਗਏ, ਸੁਨਹਿ ਪਾਠਕੋ ਨਰ ਸਾਰੇ ਪਾਠ ਸੁਣਦੇ ਹਨ। ਉਤੇ ਸੰਬੰਧੀ ਸੇ ਚਲ ਆਏ। ਜਿੰਨੇ ਗੁਰੂ ਘਰ ਦੇ ਰਿਸ਼ਤੇਦਾਰ ਸੀ ਨਾ, ਮਹਾਰਾਜ ਮਾਤਾ ਗੰਗਾ ਜੀ ਦੇ ਪੇਕੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਨਕੇ ਇੱਧਰ ਬਿਲਗੇ ਕੋਲ ਫਿਲੌਰ ਦੇ ਕੋਲ ਇੱਕ ਪਿੰਡ ਹੈ ਮੌ ਸਾਹਿਬ, ਉੱਥੋਂ ਆਏ। ਉਧਰੋਂ ਗੋਇੰਦਵਾਲ ਸਾਹਿਬ ਤੋਂ ਤੇ ਖੰਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਦੀ ਅੰਸ਼ ਬੰਸ ਉਹ ਵੀ ਸਾਰੇ ਆਏ। ਇੱਧਰੋਂ ਬੇਦੀ ਸਾਹਿਬਜ਼ਾਦੇ ਆਏ, ਸੋਢੀ ਸਾਹਿਬਜ਼ਾਦੇ ਆਏ। ਸਾਰੀ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਸ੍ਰੀ ਅੰਮ੍ਰਿਤਸਰ ਇਕੱਠੀਆਂ ਹੋਈਆਂ। ਮਾਤਾ ਜੀ ਦੇ ਨਿਮਿਤ ਬਹੁਤ ਵੱਡਾ ਸਮਾਗਮ ਹੋਇਆ। ਉਹ ਕਥਾ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ